ਤੁਸੀਂ ਵੇਖ ਰਹੇ ਹੋ ਪਿੰਡ ਤਲਵਣ ਦੀ ਪ੍ਰਭਾਤ ਫੇਰੀ ਦੀ ਪੂਰਨ ਝਲਕੀ। ਸਵੇਰ 4 ਵਜੇ ਦਾ ਵੇਲਾ ਹੈ। ਪ੍ਰਭਾਤ ਫੇਰੀ ਸ਼ੁਰੂ ਹੋ ਚੁੱਕੀ ਹੈ। ਗੁਰਦੁਆਰਾ ਸਾਹਿਬ ਤੋਂ ਸੰਗਤਾਂ ਇਕੱਠੀਆਂ ਹੋ ਕੇ ਸ਼ਬਦ ਕੀਰਤਨ ਗਾਇਨ ਕਰਦੀਆਂ, ਵਾਹਿਗੁਰੂ ਦੀ ਉਚਾਰਨ 'ਚ ਲੀਨ ਢੋਲਕੀਆਂ ਛੈਣੇ ਖੜਕਾਉਂਦੀਆਂ ਪ੍ਰਭਾਤ ਫੇਰੀ ਦਾ ਆਰੰਭ ਕਰਦੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਰਜ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ 551ਵਾਂ ਜੋ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਆਪਣੀਆਂ ਨੇਕ ਕਮਾਈਆਂ ਨੂੰ ਸਫਲਾ ਕਰਦਾ ਹਾਂ ਗੁਰੂ ਘਰ ਵਿੱਚ। ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣ ਮੇਰਾ ਵਾਹਿਗੁਰੂ। ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਲ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਸੁਣੀ ਸੰਤ ਭਗਵਤੀ ਸੁਣੈ ਨਾਨਕ ਦੇ ਧਿਆਏ ਸੁਣੇ ਮਨ ਰਾਮਦਾਸ ਕੋਈ ਸਹਾਇ ਸਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਕੀ ਆਈ ਹੈ। ਜਿਸ ਸਿੱਖਿਆ ਸਤਿ ਜਾਏ ਤੇ ਸਹਾਇ ਸ੍ਰੀ ਹੈ ਘਰ ਨਾਮ ਆਵੈ ਖਾਏ ਸਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਵਾਰ ਹੋਏ ਸੰਗ ਮਿਲਣਗੇ ਵਾਰ ਹੋਏ ਸੰਗ ਮਿਲਣਗੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ। ਤਲਵਣ ਦੀ ਪ੍ਰਭਾਤ ਫੇਰੀ ਦਾ ਜਿਹੜਾ ਪਿਛੋਕੜ ਆ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਨਗਰ ਕੀਰਤਨ ਤਾਂ ਪਿਛੋਕੜ ਤੋਂ ਬਹੁਤ ਲੰਬੇ ਸਮੇਂ ਤੋਂ ਨਗਰ ਕੀਰਤਨ ਜਿਹੜੇ ਆ ਤਲਵਣ ਦੇ ਵਿੱਚ ਨਗਰ ਦੀ ਪਰਿਕਰਮਾ ਹੁੰਦੀ ਸੀਗੀ। ਪਰ ਜਿਹੜੀ ਪ੍ਰਭਾਤ ਫੇਰੀ ਆ ਪ੍ਰਭਾਤ ਫੇਰੀ 1987 ਜਾਂ 88 ਦੇ ਵਿੱਚ ਫਸਟ ਟਾਈਮ ਸ਼ੁਰੂ ਕੀਤੀ ਸੀਗੀ ਵੱਡਾ ਗੁਰਦੁਆਰਾ ਸਾਹਿਬ ਤੋਂ, ਜਦੋਂ ਕਿ ਸਾਡੇ ਮੋਹਰੀ ਜਿਹੜੇ ਸੀ ਸਵਰਗਵਾਸੀ ਜਗੀਰ ਸਿੰਘ ਜੀ ਲੰਬੜਦਾਰ ਸੀ, ਉਹਨਾਂ ਦੇ ਨਾਲ ਬਾਲੀ ਮਾਸ਼ਾ ਔਰ 4 5 7 10 ਕੁ ਜਾਣੇ ਅਸੀਂ ਹੋਇਆ ਕਰਦੇ ਸੀ। ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੋਈ 90 ਦੇ ਦਹਾਕੇ ਦੇ ਵਿੱਚ ਆਣ ਕੇ 90 ਦੇ ਦਹਾਕੇ ਦੇ ਵਿੱਚ ਸੰਗਤ ਇੰਨੀ ਜ਼ਿਆਦਾ ਪ੍ਰਭਾਤ ਫੇਰੀ ਦੇ ਵਿੱਚ ਤਲਵਣ ਦੇ ਵਿੱਚ ਹੋ ਗਈ ਸੀ ਜੋ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਦਰਿਆ ਤੋਂ ਪਾਰ ਵੀ ਸੰਗਤ ਸਵੇਰੇ ਅੰਮ੍ਰਿਤ ਵੇਲੇ ਆਣ ਕੇ ਤਲਵਣ ਦੀ ਪ੍ਰਭਾਤ ਫੇਰੀ ਦੇ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹੁੰਦੇ ਸੀ। ਲਗਭਗ 1400-1500 ਦੇ ਕਰੀਬ ਸੰਗਤ ਜਿਹੜੀ ਆ ਅੰਮ੍ਰਿਤ ਵੇਲੇ ਹੋ ਜਾਇਆ ਕਰਦੀ ਸੀ। ਇਹ ਜਿੰਨੇ ਤਲਵਣ ਦੀ ਸੰਗਤ ਜਿਹੜੀ ਆ ਗੁਰੂ ਘਰ ਪ੍ਰਤੀ ਇਹਨਾਂ ਦੀ ਇੰਨੀ ਸ਼ਰਧਾ ਹੈ ਕਿ ਹੁਣ ਵੀ ਪ੍ਰਭਾਤ ਫੇਰੀਆਂ ਉਸੇ ਤਰ੍ਹਾਂ ਚੱਲ ਰਹੀਆਂ। ਸਾਰੀ ਸੰਗਤ ਵੱਧ ਚੜ੍ਹ ਕੇ ਸਹਿਯੋਗ ਦੇ ਰਹੀ ਹੈ ਜੀ। ਬਾਬਾ ਸਵਾਰ ਸਿੰਘ ਜੀ ਇਹਨਾਂ ਦੀ ਪਰਿਵਾਰ ਵੱਲੋਂ ਪਿਆਰ ਵੀ ਮਾਇਰ ਦਾ ਸਤਿਕਾਰ ਸਾਰੇ ਖਜ਼ਾਨੇ ਭਰਪੂਰ ਕਰਨੇ ਮਨੋਕਾਮਨਾ ਪੂਰੀ ਕਰਨੇ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੋ।
ਸਭ ਤੋਂ ਪਹਿਲਾਂ ਤਾਂ ਸਾਰੀ ਸਮੁੱਚੀ ਸੰਗਤ ਨੂੰ ਗੁਰੂ ਫਤਿਹ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਨੂੰ ਜੁੜਿਆਂ ਨੂੰ 1985 1986 ਦੇ ਵਿੱਚ ਉਸ ਟਾਈਮ ਤੇ ਜਦੋਂ ਪ੍ਰਭਾਤ ਫੇਰੀ ਪਹਿਲੀ ਵਾਰੀ ਨਿਕਲੀ ਸੀ ਇੱਥੇ, ਤੇ ਉਦੋਂ ਜਿੱਦਾਂ ਮਤਲਬ ਤਰਸੇਮ ਸਿੰਘ ਜੰਡੂ ਸਾਹਿਬ, ਬਾਬਾ ਜਗੀਰ ਸਿੰਘ ਜੀ, ਹਰਪਾਲ ਸਿੰਘ ਜੀ ਪਾਲੀ ਤੇ ਅਵਤਾਰ ਸਿੰਘ ਜੀ, ਤੇ ਉਸ ਦਿਨ ਅਸੀਂ ਮਤਲਬ ਪ੍ਰਭਾਤ ਫੇਰੀ ਜਦੋਂ ਕੱਢੀ ਸੀ ਤਾਂ ਫਿਰ 13 ਦਿਨ ਪ੍ਰਭਾਤ ਫੇਰੀ ਨਹੀਂ ਸੀ ਚੱਲੀ ਉਸ ਟਾਈਮ ਤੇ ਪਰ ਉਦੋਂ 13 ਰੁਪਏ ਬਣੇ ਸੀ। ਤਾਂ ਪਹਿਲੀ ਵਾਰੀ ਜਦੋਂ ਇਹ ਪ੍ਰਭਾਤ ਫੇਰੀ ਨਿਕਲੀ ਤਾਂ ਅਸੀਂ ਪਿੰਡ ਦੇ ਵਿੱਚ ਕਲੋਕ ਲੱਗੇ ਸੀ, ਉਦੋਂ ਪ੍ਰਭਾਤ ਫੇਰੀ ਸਿੰਘ ਸਭਾ ਗੁਰਦੁਆਰਾ ਦੇ ਨਾਂ ਤੇ ਕਲੋਕ ਦੇ ਉੱਤੇ ਲਿਖਿਆ ਹੋਇਆ ਸੀ। ਤੇ ਉਸ ਤੋਂ ਬਾਅਦ ਫਿਰ ਪਿੰਡ ਦੇ ਵਿੱਚ ਟੂਬਾਂ ਦੂਜੀ ਵਾਰੀ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਭਾਤ ਫੇਰੀ ਨਿਕਲੀ ਤਾਂ ਫਿਰ ਉਹ ਲੱਗੀਆਂ ਜਿੱਦਾਂ, ਤੇ ਹੌਲੀ ਹੌਲੀ ਫਿਰ ਮਹਾਰਾਜ ਨੇ ਰੰਗ ਫੜੇ, ਹੌਲੀ ਹੌਲੀ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਹਰ ਕੀਤੀ ਤਾਂ ਉਸ ਤੋਂ ਬਾਅਦ ਫਿਰ ਇਹ ਪ੍ਰਭਾਤ ਫੇਰੀ ਆਪਣੀ ਮੰਜ਼ਿਲ ਵੱਲ ਵੱਧਦੀ ਗਈ। ਸਿਆਣੇ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਜਦੋਂ ਇਹ ਮੇਰੀ ਗੱਲ ਹੋਈ ਸੀ ਸਿਆਣਿਆਂ ਬਜ਼ੁਰਗਾਂ ਦੇ ਨਾਲ ਕਿ ਸਭ ਤੋਂ ਜਦੋਂ ਪਹਿਲਾਂ ਪ੍ਰਭਾਤ ਫੇਰੀ ਨਿਕਲੀ ਸੀ ਉਦੋਂ ਇਹ 1936 ਦੇ ਵਿੱਚ ਨਿਕਲੀ ਸੀ, ਜਦੋਂ ਦੇਸ਼ ਆਜ਼ਾਦ ਨਹੀਂ ਸੀ ਹੋਇਆ। ਤਾਂ ਉਸ ਟਾਈਮ ਤੇ ਜੀ ਤਲਵੰਡੀ, ਹਾਂਜੀ ਤਲਵੰਡੀ 1936 ਦੇ ਵਿੱਚ ਨਿਕਲੀ ਸੀ। ਤਾਂ ਹਬੀਬੁੱਲਾ ਖਾਨ ਜੀ ਰਾਜਾ ਸੀਗੇ ਜੋ ਕਿਲੇ ਦੇ ਵਿੱਚ ਰਹਿੰਦੇ ਸਨ, ਤੇ ਜਦੋਂ ਪਹਿਲੀ ਵਾਰੀ ਪ੍ਰਭਾਤ ਫੇਰੀ ਨਿਕਲੀ ਸੀ ਤਾਂ ਉਸ ਟਾਈਮ ਤੇ ਇੱਥੋਂ ਭਾਰਤਵਾਜੀਆਂ ਤੋਂ ਪਹਿਲੀ ਵਾਰੀ ਜਥਾ ਆਇਆ ਸੀ, ਤੇ ਉਹਨਾਂ ਨੇ ਕੰਬਲ, ਗੁੜ ਤੇ ਭੇਲੀਆਂ ਇੱਦਾਂ ਚੀਜ਼ਾਂ ਲੈ ਕੇ ਉਸ ਟਾਈਮ ਤੇ ਜਦੋਂ ਉਹਨਾਂ ਨੇ ਪੰਡਾਲ ਲਾਇਆ ਸੀ, ਤੇ ਉਸ ਟਾਈਮ ਤੇ ਜਿੰਨੇ ਵੀ ਇੱਥੇ ਪਠਾਨ ਸਨ, ਹਬੀਬੁੱਲਾ ਖਾਨ ਜੀ ਜਿਹੜੇ ਰਾਜਾ ਸਨ, ਉਹਨਾਂ ਨੇ ਵੀ ਆ ਕੇ ਜਾਣੀ ਕਿ ਉੱਥੇ ਮਿਰਚ ਮੰਡੀ ਦੇ ਵਿੱਚ ਪੜਾਅ ਲੱਗਾ ਸੀ ਤੇ ਉੱਥੇ ਹਾਜ਼ਰੀ ਭਰੀ ਸੀਗੀ, ਤੇ ਸਾਰੀਆਂ ਸੰਗਤਾਂ ਨੇ ਉਸ ਟਾਈਮ ਤੇ 2 ਪੜਾਅ ਲੱਗੇ ਸੀ, ਤੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਪ੍ਰਭਾਤ ਫੇਰੀ ਚੱਲ ਗਈ ਸੀ। ਉਸ ਤੋਂ ਬਾਅਦ ਫਿਰ ਦੇਸ਼ ਆਜ਼ਾਦ ਹੋ ਗਿਆ 1947 ਤੋਂ ਬਾਅਦ, ਤਾਂ ਫਿਰ ਸਤਿਗੁਰਾਂ ਨੇ ਭਾਗ ਲਾਏ, ਤਾਂ ਫਿਰ 1985 86 ਦੇ ਵਿੱਚ ਫਿਰ ਦੁਬਾਰਾ ਫਿਰ ਸੰਗਤ ਨੇ ਉਪਰਾਲਾ ਕਰਕੇ ਸੰਗਤ ਦੇ ਉਪਰਾਲੇ ਦੇ ਨਾਲ ਫਿਰ ਸਾਰੀ ਸੰਗਤ ਦੇ ਨਾਲ ਦੁਬਾਰਾ ਫਿਰ ਪ੍ਰਭਾਤ ਫੇਰੀ ਆਰੰਭ ਹੋਈ, ਜੋ ਕਿ ਹਜੇ ਤੱਕ ਚੱਲ ਰਹੀ ਸਤਿਗੁਰਾਂ ਦੀ ਮਿਹਰ ਦੇ ਨਾਲ।
मेरी पास संगतियों काका सतगुरु साहिब श्री गुरु नानक पातशाह जी ने पूरा भगवान तो कॉलेज में सरकार सुधारे की आस्थाई आस्था बता पाई है लख लख बधाई हो गई ज्ञान ध्यान किसी कर्म न जाना तेरा सार न जाना तेरी सबसे बड़ा सतगुरु नानक जिन कल राखी तेरी जैसी माया खसम की बाणी कैसे ना करेंगे यार मेला लो कैसे ना करेंगे यार मेला लो लालो तेरे थाने भगवान आ गया रुकी सी रोटी तेरी खाया ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪ੍ਰਭਾਤ ਫੇਰੀ 2000 ਦੇ ਦਹਾਕੇ ਵਿੱਚ ਅਸੀਂ ਆਉਣਾ ਸਟਾਰਟ ਕੀਤਾ ਸੀ। ਕਈ ਜਿਹੜੇ ਉਸ ਟਾਈਮ ਕੀਰਤਨ ਕਰਦੇ ਸੀ ਜਾਂ ਹੋਰ ਸਿੰਘ ਸੀ ਉਹਨਾਂ ਨੇ ਸਾਨੂੰ ਪ੍ਰੇਰਿਤ ਕਰਕੇ ਪ੍ਰਭਾਤ ਫੇਰੀ 'ਤੇ ਲਿਆਉਣਾ ਸ਼ੁਰੂ ਕੀਤਾ। ਉਦੋਂ ਜਿਹੜਾ ਅਸੀਂ ਮਾਹੌਲ ਦੇਖਿਆ ਉਦੋਂ ਜਿਹੜੇ ਕਿ ਮੋਹਰੇ ਸੀਗੇ ਬੰਦੇ ਕੀਰਤਨ ਕਰਦੇ ਲਾ ਲਓ ਜਾਂ ਵੈਸੇ ਮੋਹਰੀ ਸੀਗੇ ਉਹ ਬੱਚਿਆਂ ਨੂੰ ਅੱਗੇ ਆਉਣ ਨਹੀਂ ਸੀ ਦਿੰਦੇ। ਮੈਂ ਆਪਣੀ ਖੁਦ ਦੀ ਹੱਡ ਬੀਤੀ ਦੱਸ ਰਿਹਾ ਤੇ ਕੁਛ ਸੀਗੇ ਸੱਜਣ ਇੱਦਾਂ ਦੇ ਜਿਹਨਾਂ ਨੇ ਸਾਨੂੰ ਮੋਹਰੇ ਲੈ ਕੇ ਆਂਦੇ। ਉਹਦੇ ਵਿੱਚ ਬਲਵਿੰਦਰ ਸਿੰਘ ਸ਼ੇਰਗਿੱਲ ਉਹਨਾਂ ਦਾ ਨਾਮ ਹੈ, ਜਤਿੰਦਰ ਸਿੰਘ ਕਾਲੀ ਇਹ ਵੀ ਕਾਫੀ ਟਾਈਮ ਤੋਂ ਸੇਵਾ ਨਿਭਾਉਂਦੇ ਆਏ ਨੇ ਤੇ ਇਸ 2-3 ਬੰਦਿਆਂ ਨੇ ਸਾਨੂੰ ਜਾਣ ਕੇ ਪ੍ਰੇਰਿਤ ਕਰਕੇ ਪ੍ਰਭਾਤ ਫੇਰੀ 'ਤੇ ਲਿਆਂਦਾ ਤੇ ਸਾਨੂੰ ਮੋਹਰੇ ਆ ਕੇ ਗਾਣ ਦਾ ਜਾਂ ਬੋਲਣ ਦਾ ਜਾਣੀ ਕਿ ਸਮਾਂ ਦਿੱਤਾ ਸ਼ੁਰੂ ਕੀਤਾ। ਉਸ ਤੋਂ ਬਾਅਦ ਜਿਹੜਾ ਹੁਣ ਪ੍ਰਭਾਤ ਫੇਰੀਆਂ ਦਾ ਮਾਹੌਲ ਆ ਬਹੁਤ ਵਧੀਆ ਚੱਲ ਰਿਹਾ ਹੈ। ਕੋਈ ਵੀ ਸਾਡੇ ਵਿੱਚ ਈਰਖਾ ਜਿੰਨੇ ਵੀ ਗਾਉਣ ਵਾਲੇ ਨੇ ਤਕਰੀਬਨ ਅਸੀਂ ਸਾਰਿਆਂ ਨੂੰ ਪ੍ਰਭਾਤ ਫੇਰੀ ਸਟਾਰਟ ਕਰਨ ਤੋਂ ਪਹਿਲਾਂ ਹਰੇਕ ਦੇ ਘਰ ਜਾ ਕੇ ਜਿਹੜਾ ਕੀਰਤਨੀ ਆ ਉਹਨਾਂ ਨੂੰ ਬੇਨਤੀ ਕਰੀਦੀ ਹੈ ਕਿ ਪ੍ਰਭਾਤ ਫੇਰੀ ਵਿੱਚ ਪਹੁੰਚਣਾ ਤੇ ਉਹ ਆਪਣੇ ਤਨੋਂ ਮਨੋਂ ਪ੍ਰਭਾਤ ਫੇਰੀ 'ਚ ਆ ਕੇ ਸੇਵਾ ਵੀ ਕਰਦੇ ਨੇ। ਤੇ ਦੂਜਾ ਜੋ ਕਿ ਘਰਾਂ ਦੇ ਵਿੱਚ ਪ੍ਰਭਾਤ ਫੇਰੀ ਜਾਂਦੀ ਤਾਂ ਉਹਦਾ ਮਹੱਤਵ ਇਹੀ ਹੈ ਕਿ ਸੰਗਤ ਦੀ ਸ਼ਰਧਾ ਹੈ, ਪਿਆਰ ਕਰਦੇ ਨੇ, ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ, ਗੁਰੂ ਦੀਆਂ ਸੰਗਤਾਂ ਨੂੰ ਪਿਆਰ ਕਰਦੇ ਨੇ। ਬਸ ਘਰਾਂ ਵਿੱਚ ਜਾ ਕੇ ਜਾਣ ਦਾ ਇਹੀ ਮਹੱਤਵ ਆ। ਅਸੀਂ ਬਾਕੀ ਸ਼ਹਿਰਾਂ ਵਿੱਚ ਦੇਖਦੇ ਹਾਂ,
ਹੋਰ ਪਿੰਡਾਂ ਵਿੱਚ ਦੇਖਦੇ ਹਾਂ ਸਿਰਫ ਪ੍ਰਭਾਤ ਫੇਰੀ ਇੱਕ ਗੁਰਦੁਆਰਾ ਜਾਂ ਇੱਕ ਘਰ ਹੀ ਜਾਂਦੀ ਆ, ਕਿਉਂਕਿ ਟਾਈਮ ਦੀ ਵੀ ਪ੍ਰੋਬਲਮ ਹੋ ਸਕਦੀ ਆ, ਉਹਨਾਂ ਦੀ ਟਾਈਮ ਦੀ ਘਾਟ ਹੋ ਸਕਦੀ ਆ। ਪਰ ਚਲੋ ਆਪਣੀ ਰੀਤ ਪੁਰਾਣੀ ਚੱਲਦੀ ਆ ਰਹੀ ਹੈ ਪਿੰਡ ਦੀ, ਅਸੀਂ ਉਹਨੂੰ ਕੰਟੀਨਿਊ ਕਰ ਰਹੇ ਹਾਂ। ਤਾਂ ਕਰਕੇ ਘਰਾਂ ਦੇ ਵਿੱਚ ਵੀ ਪ੍ਰਭਾਤ ਫੇਰੀ ਸੰਗਤ ਦੇ ਤੌਰ ਤੇ ਚਾਹ ਪਾਣੀ ਛਕਣ ਜਾਂ ਜਲ ਪਾਣੀ ਛਕਣ ਜਾਂਦੀ ਹੈ। ਇਹ ਇੱਕ ਸਾਲ ਦੇ ਵਿੱਚ 2 ਗੁਰਪੁਰਬ ਅਸੀਂ ਮਨਾਉਂਦੇ ਆ। ਇਸ ਤਰ੍ਹਾਂ ਜਿਵੇਂ ਕਿ 11 ਪ੍ਰਭਾਤ ਫੇਰੀਆਂ ਕੱਢਦੇ ਹਾਂ, 12ਵੇਂ ਦਿਨ ਅਸੀਂ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹਨੂੰ ਸਮਾਪਤੀ ਕਰਦੇ ਹਾਂ ਬਾਅਦ ਦੇ ਵਿੱਚ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ। ਪਰਿਵਾਰ ਦੇ ਵੱਲੋਂ ਫਿਰ ਵੀ
ਰਿਜ਼ਵਾਨ ਸਰਦਾਰ ਬਲਕਾਰ ਸਿੰਘ ਜੀ, ਸਰਦਾਰ ਕਰਮਜੀਤ ਸਿੰਘ ਜੀ, ਜੋ ਜਿਨ੍ਹਾਂ ਦੇ ਪਰਿਵਾਰ ਦੇ ਅੰਦਰ ਹਰ ਕੋਈ ਦੀ ਤਰ੍ਹਾਂ ਵੀਰ ਪੀਰ ਮਾਰਦਾ ਸੱਚੇ ਪਾਤਸ਼ਾਹ ਦੀ ਖਜ਼ਾਨੇ ਕਬੂਲ ਕਰਨੇ। मैं सोता सुन के उच्चा दरबाबे नानक दा, उच्चा दरबाबे नानक दा। मैं सोता सुन के उच्चा दरबाबे नानक दा, उच्चा दरबाबे नानक दा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਰਬੱਤ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ 551 ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਮੈਨੂੰ ਕਿ ਇਹ ਹੈ ਜੀ ਜਿੱਦਾਂ ਸਾਹਿਬਾਂ ਨੇ ਫਰਮਾਇਆ ਅੰਮ੍ਰਿਤ ਵੇਲਾ ਸੱਜਣਾ ਵਡਿਆਈ ਵਿਚਾਰ। ਜੋ ਅੰਮ੍ਰਿਤ ਵੇਲਾ ਨਾ, ਅੰਮ੍ਰਿਤ ਵੇਲੇ ਦੇ ਵਿੱਚ ਤੁਸੀਂ ਨਾਮ ਜਪੋ, ਕਿਰਤ ਕਰੋ, ਜੋ ਵੀ ਕਰੋ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜੋ ਬਜ਼ੁਰਗ ਸਨ ਉਹ ਅੰਮ੍ਰਿਤ ਵੇਲੇ 4 ਵਜੇ ਤੱਕ ਹਲਵੇ ਵਾਜ ਕੇ ਆ ਜਾਂਦੇ ਸਨ। ਅੰਮ੍ਰਿਤ ਵੇਲੇ ਦਾ ਜੋ ਮਾਹੌਲ ਹੈ ਨਾ ਉਹ ਬਿਲਕੁਲ ਸ਼ਾਂਤਮਈ ਹੁੰਦਾ, ਰੌਲਾ ਰੱਪਾ ਨਹੀਂ ਹੁੰਦਾ, ਮਨ ਟੈਨਸ਼ਨ ਤੋਂ ਫ੍ਰੀ ਹੁੰਦਾ, ਹਰ ਇੱਕ ਨੇ ਨੀਂਦ ਪੂਰੀ ਲਈ ਹੁੰਦੀ ਹੈ। ਇਸ ਕਰਕੇ ਜੋ ਅੰਮ੍ਰਿਤ ਵੇਲਾ ਹੈ ਉਸ ਟਾਈਮ ਦੇ ਵਿੱਚ ਜੋ ਤੁਹਾਡੇ ਦਿਮਾਗ ਦੇ ਵਿੱਚ ਗੁਰਬਾਣੀ ਸਿੱਖਿਆ ਜਾਂ ਤੁਸੀਂ ਸੋਚ ਵਿਚਾਰ ਕਰ ਰਹੇ ਹੋ ਉਹ ਤੁਹਾਡੇ ਦਿਮਾਗ ਦੇ ਵਿੱਚ ਛੇਤੀ ਪਕੜ ਕਰ ਜਾਂਦਾ ਹੈ। ਅੰਮ੍ਰਿਤ ਵੇਲੇ ਦਾ ਇਹੀ ਮਕਸਦ ਹੈ, ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਕਰਨ ਦਾ ਇਹੀ ਮਕਸਦ ਹੈ। ਜੋ 11 ਦਿਨ ਅਸੀਂ ਪ੍ਰਭਾਤ ਫੇਰੀਆਂ ਕਰਦੇ ਹਾਂ ਤੇ ਸਾਰਾ ਨਗਰ, ਇਸ ਨਗਰ ਦੇ ਵਿੱਚ 6 ਗੁਰਦੁਆਰੇ ਨੇ, 5 ਜ਼ਿਮੀਂਦਾਰਾਂ ਦੇ ਤੇ 6ਵਾਂ ਰਾਮਗੜੀਆਂ ਪਰਿਵਾਰ ਦਾ। ਤੇ ਸਾਡੀ 3 ਸਾਲ ਬਾਅਦ ਵਾਰੀ ਆਉਂਦੀ ਹੈ ਗੁਰਦੁਆਰਾ ਸਾਹਿਬ ਸ਼ਹੀਦ ਬੀਬੀ ਦੀਪ ਕੌਰ ਦੀ, ਤੀਜੇ ਸਾਲ ਵਾਰੀ ਆਉਂਦੀ ਹੈ। ਤੇ ਸਾਰਾ ਨਗਰ ਸਾਰੇ ਸਹਿਯੋਗ ਕਰਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਭਾਤ ਫੇਰੀ ਦੇ ਵਿੱਚ ਸ਼ਾਮਲ ਹੋ ਕਰਕੇ ਅੰਮ੍ਰਿਤ ਵੇਲੇ ਅਰੰਭਤਾ ਦੀ ਅਰਦਾਸ ਦੇ ਵਿੱਚ, ਫਿਰ ਸਮਾਪਤੀ ਦੀ ਅਰਦਾਸ ਦੇ ਵਿੱਚ, ਉਸ ਤੋਂ ਬਾਅਦ ਸੇਵਕ ਪਰਿਵਾਰਾਂ ਵੱਲੋਂ ਜਿਸ ਤਰ੍ਹਾਂ ਕਿ ਅੱਜ ਆਪਣੇ ਜੀ ਦੇਖਿਆ ਕਿ ਗੁਰੂ ਕੇ ਲੰਗਰ ਚਲਾਏ ਗਏ ਨੇ। ਸੇਵਕ ਪਰਿਵਾਰ ਸੰਗਤ ਤਨ ਮਨ ਧਨ ਨਾਲ ਬੇਅੰਤ ਸੇਵਾ ਕਰਦੀ ਹੈ ਤੇ ਅਸੀਂ ਵੀ ਸੱਚੇ ਪਾਤਸ਼ਾਹ ਕੀ ਇਹ ਅਰਦਾਸਾਂ ਕਰਦੇ ਹਾਂ ਕਿ ਨਗਰ ਤਲਵਣ ਨੂੰ ਤੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਤਿਗੁਰ ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਹੀ ਲਾਈ ਰੱਖਣ।